ਪਿਆਰੇ ਵਿਦਿਆਰਥੀਓ ਨਮਸਕਾਰ। ਅੱਜ ਅਸੀਂ 10ਵੀਂ ਜਮਾਤ ਦੀ ਇੱਕ ਬਹੁਤ ਹੀ ਮਸ਼ਹੂਰ ਕਹਾਣੀ ਕੁਲਫੀ ਪੜ੍ਹਾਂਗੇ। ਇਹ ਕੁਲਫੀ ਕਹਾਣੀ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੁਆਰਾ ਲਿਖੀ ਹੋਈ ਹੈ। ਹੁਣ ਅਸੀਂ ਕੁਲਫੀ ਕਹਾਣੀ ਦੇ ਬਾਰੇ ਚਰਚਾ ਕਰਦੇ ਹਾਂ। ਕਹਾਣੀਕਾਰ ਕੰਮ ਤੋਂ ਆਇਆ, ਥੱਕਾ ਟੁੱਟਾ ਹੋਇਆ ਅਤੇ ਉਹ ਦੁਪਹਿਰ ਨੂੰ ਆਪਣੇ ਘਰ ਆਰਾਮ ਕਰ ਰਿਹਾ ਅਤੇ ਉਸਦੇ ਕਾਕੇ ਨੇ ਕਹਾਣੀਕਾਰ ਨੂੰ ਹਲੂਣਿਆ ਅਤੇ ਕਿਹਾ, ਦਾਦ ਜੀ ਜਾਗਦੇ ਨਹੀਂ ਤੁਸੀਂ, ਕਿੰਨੀਆਂ ਆਜਾਂ ਮਾਰੀਆਂ। ਅਤੇ ਕਹਾਣੀਕਾਰ ਉੱਠਿਆ ਅਤੇ ਉਸਨੇ ਕਾਕੇ ਨੂੰ ਕਿਹਾ, ਹਾਂ ਹਾਂ ਤੂੰ ਕੀ ਕਹਿਣਾ ਦੱਸ ਵੀ। ਅਤੇ ਅੱਗੋਂ ਕਾਕੇ ਨੇ ਕਿਹਾ ਕਿ ਇੱਕ ਤੱਕਾ ਦਿਓ ਦਾਦ ਜੀ। ਅਤੇ ਕਹਾਣੀਕਾਰ ਨੇ ਕਾਕੇ ਨੂੰ ਕਿਹਾ ਕਿ ਤੂੰ ਤੱਕਾ ਕੀ ਕਰਨਾ। ਅਤੇ ਅੱਗੋਂ ਕਾਕਾ ਕਹਿੰਦਾ, ਖੱਚਣਾ ਮੈਂ ਤੱਕਾ, ਹੋਰ ਕੀ ਕਰੀਦਾ ਤੱਕੇ ਨੂੰ। ਅਤੇ ਅੱਗੋਂ ਜਿਹੜਾ ਕਹਾਣੀਕਾਰ ਸੀ ਉਸਦੇ ਕੋਲ ਕੋਈ ਪੈਸਾ ਨਹੀਂ ਹੈਗਾ। ਮਹੀਨੇ ਦੀ 26 ਤਰੀਕ ਸੀ, ਉਸਦੀ ਜੇਬ ਖਾਲੀ ਸੀ। ਉਸਦੀ ਤਨਖਾਹ ਜਿਹੜੀ ਸੀ ਉਹ ਮਹੀਨੇ ਦੇ ਪਹਿਲੇ 15 ਦਿਨਾਂ ਦੇ ਵਿੱਚ ਹੀ ਮੁੱਕ ਜਾਂਦੀ ਸੀ। ਅਤੇ ਕਹਾਣੀਕਾਰ ਦੇ ਕੋਲ ਕੋਈ ਬਹਾਨਾ ਨਹੀਂ ਸੀ, ਕਿਉਂਕਿ ਉਹਦੇ ਕੋਲ ਪੈਸਾ ਤਾਂ ਕੋਈ ਹੈ ਹੀ ਨਹੀਂ ਸੀ। ਉਹ ਬਹਾਨਾ ਮਾਰ ਕੇ ਕਾਕੇ ਨੂੰ ਟਾਲਣਾ ਚਾਹੁੰਦਾ ਸੀ। ਫਿਰ ਉਹਨੇ ਕਾਕੇ ਨੂੰ ਕਿਹਾ ਕਿ ਜਿਹੜਾ ਇਹ ਤੱਕਾ ਹੈ ਉਹ ਭੈੜਾ ਹੁੰਦਾ। ਅਤੇ ਅੱਗੋਂ ਕਾਕੇ ਨੇ ਕਿਹਾ ਕਿ ਨਹੀਂ, ਤੱਕਾ ਭੈੜਾ ਨਹੀਂ ਹੁੰਦਾ, ਤੱਕੇ ਦਾ ਤਾਂ ਮੁਰਮਰਾ ਹੁੰਦਾ। ਅਤੇ ਅੱਗੋਂ ਕਹਾਣੀਕਾਰ ਨੇ ਕਿਹਾ ਕਿ ਜਿਹੜਾ ਮੁਰਮਰਾ ਹੈ ਉਹ ਭੈੜਾ ਹੁੰਦਾ। ਅਤੇ ਕਾਕੇ ਨੇ ਅੱਗੋਂ ਕਿਹਾ ਕਿ ਮੁਰਮਰਾ ਭੈੜਾ ਨਹੀਂ ਹੁੰਦਾ, ਮੁਰਮਰਾ ਤਾਂ ਮਿੱਠਾ ਹੁੰਦਾ। ਅਤੇ ਕਾਕਾ ਟਲ ਨਹੀਂ ਸੀ ਰਿਹਾ। ਫਿਰ ਕਹਾਣੀਕਾਰ ਨੇ ਕਿਹਾ ਕਿ ਜਿਹੜਾ ਮੁਰਮਰਾ ਹੈ ਉਹਦੇ ਮੁਰਮਰਾ ਖਾਣ ਦੇ ਨਾਲ ਖੰਘ ਲੱਗ ਜਾਂਦੀ ਏ। ਕਹਾਣੀਕਾਰ ਨੇ ਕਿਹਾ ਕਿ ਮੁਰਮਰਾ ਖਾਣ ਦੇ ਨਾਲ ਖੰਘ ਲੱਗ ਜਾਂਦੀ ਏ ਬੱਚੂ। ਅਤੇ ਕਾਕਾ ਫਿਰ ਨਹੀਂ ਸੀ ਟਲ ਰਿਹਾ। ਉਹਨੇ ਫਿਰ ਕਿਹਾ, ਤੁਸੀਂ ਤੱਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਲੁਗਦੀ ਖੰਘ। ਕਹਾਣੀਕਾਰ ਨੇ ਸੋਚਿਆ ਕਿ ਕਾਕਾ ਹੁਣ ਟਲ ਨਹੀਂ ਰਿਹਾ। ਉਸਨੇ ਕਿਹਾ ਕਿ ਕਾਕਾ ਜੀ ਜਿਹੜਾ ਮੁਰਮਰਾ ਹੁੰਦਾ ਹੈ ਉਹ ਗੰਦਾ ਹੁੰਦਾ, ਅਸੀਂ ਸ਼ਾਮ ਨੂੰ ਬਾਜ਼ਾਰ ਜਾਵਾਂਗੇ ਅਤੇ ਉੱਥੋਂ ਕੁਲਫੀ ਖਾਵਾਂਗੇ। ਅਤੇ ਕਾਕਾ ਮੰਨ ਗਿਆ। ਕਹਾਣੀਕਾਰ ਨੇ ਸੋਚਿਆ ਕਿ ਹੁਣ ਕੋਈ ਛਾਬੜੀ ਵਾਲਾ ਨਾ ਆ ਜਾਏ ਅਤੇ ਕਾਕਾ ਦੁਬਾਰਾ ਜਿੱਦ ਕਰੇਗਾ ਕੁਛ ਚੀਜ਼ ਖਾਣ ਦੀ। ਅਤੇ ਕਹਾਣੀਕਾਰ ਦੁਪਹਿਰ ਦੇ ਵੇਲੇ ਹੀ ਘਰੋਂ ਬਾਹਰ ਨਿਕਲ ਗਿਆ ਅਤੇ ਬਾਹਰ ਧੁੱਪ ਦੇ ਵਿੱਚ ਫਿਰਦਾ ਤੁਰਦਾ ਰਿਹਾ ਅਤੇ ਸਮਾਂ ਕਤਲ ਕਰਦਾ ਰਿਹਾ। ਉਹ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਉਹ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਕਹੇਗਾ। ਅਤੇ ਉਸ ਦੇ ਮਨ ਦੇ ਵਿੱਚ ਬਹਿਸ ਜਿਹੀ ਹੋਣ ਲੱਗੀ। ਉਹ ਸੋਚ ਰਿਹਾ ਸੀ ਕਿ ਜੇਕਰ ਉਸਨੇ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਕਿਹਾ, ਹੋ ਸਕਦਾ ਉਸ ਦਾ ਮਾਲਕ ਉਸ ਨੂੰ ਨੌਕਰੀਓਂ ਕੱਢ ਦੇ। ਅਤੇ ਇਸ ਤਰ੍ਹਾਂ ਉਹ ਆਪਣੇ ਮਨ ਦੇ ਵਿੱਚ ਸੋਚਾਂ ਵਿਚਾਰਾਂ ਕਰਦਾ ਰਿਹਾ ਅਤੇ ਸ਼ਾਮ ਨੂੰ ਘਰ ਵਾਪਸ ਆ ਗਿਆ। ਅਤੇ ਉਹਨੇ ਸੋਚਿਆ ਕਿ ਸ਼ਾਇਦ ਕਾਕਾ ਸੌਂ ਗਿਆ ਹੋਵੇਗਾ। ਅਤੇ ਉਸਨੇ ਆਵਾਜ਼ ਨਹੀਂ ਮਾਰੀ ਘਰ ਆ ਕੇ, ਸਿਰਫ ਦਰਵਾਜ਼ਾ ਖੜਕਾਇਆ ਅਤੇ ਉਹ ਕਾਕਾ ਆ ਗਿਆ। ਕਾਕਾ ਕਹਿੰਦਾ ਅੱਗੋਂ, ਦਾਦ ਜੀ ਆਇਆ ਜੀ। ਅਤੇ ਕਹਾਣੀਕਾਰ ਬੂਹਾ ਖੋਲ੍ਹ ਕੇ, ਕਾਕੇ ਨੇ ਜਦੋਂ ਬੂਹਾ ਖੋਲ੍ਹਿਆ ਅਤੇ ਕਹਾਣੀਕਾਰ ਅੰਦਰ ਚਲਾ ਗਿਆ। ਅਤੇ ਕਹਾਣੀਕਾਰ ਜਿਸ ਤਰ੍ਹਾਂ ਹੀ ਅੰਦਰ ਗਿਆ ਅਤੇ ਅੰਦਰ ਜਾਂਦੇ ਹੀ ਇਹ ਕਾਕੇ ਨੇ ਕਿਹਾ, ਦਾਦ ਜੀ ਕੁਲਫੀ ਖਾਣ ਜਾਣਾ ਜੇ। ਕਹਾਣੀਕਾਰ ਨੂੰ ਗੁੱਸਾ ਆ ਗਿਆ। ਉਹਨੇ ਕਿਹਾ, ਕਹਾਣੀਕਾਰ ਨੇ ਕਾਕੇ ਨੂੰ, ਉੱਤੇ ਚੱਲ ਉੱਤੇ। ਕਾਕਾ ਉੱਤੇ 'ਤੇ ਚੱਲ ਗਿਆ ਕੋਠੇ 'ਤੇ, ਪਰ ਕਾਕਾ ਨਾਰਾਜ਼ ਹੋ ਗਿਆ ਕਹਾਣੀਕਾਰ ਦੇ ਨਾਲ, ਡਰ ਗਿਆ। ਫਿਰ ਕਹਾਣੀਕਾਰ ਨੂੰ ਤਰਸ ਆ ਗਿਆ। ਉਹਨੇ ਆਪਣੇ ਕਾਕੇ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਕਿਹਾ, ਪੁੱਤਰਾ ਹੁਣ ਰਾਤ ਹੋ ਗਈ ਹੈ, ਅਸੀਂ ਕੁਲਫੀ ਖਾਣ ਕੱਲ੍ਹ ਚੱਲਾਂਗੇ। ਰਾਤ ਨੂੰ ਕਹਾਣੀਕਾਰ ਵੀ ਸੁੱਤਾ ਪਿਆ ਅਤੇ ਕਾਕਾ ਵੀ ਉਹਦੇ ਲਾਗੇ ਸੁੱਤਾ ਪਿਆ ਅਤੇ ਕਾਕਾ ਅਸਮਾਨ ਵੱਲ ਦੇਖ ਰਿਹਾ। ਅਤੇ ਉਹਨੇ ਅਸਮਾਨ ਵੱਲ ਦੇਖ ਕੇ ਤਾਰਿਆਂ ਨੂੰ ਦੇਖ ਕੇ ਕਿਹਾ ਕਿ ਦਾਦ ਜੀ ਇਹ ਤਾਰੇ ਪਈਏ ਹੁੰਦੇ ਨੇ ਨਾ, ਵੱਡਾ ਭਾਅ ਆਖਦਾ ਸੀ ਇਹ ਤਾਰੇ ਪਈਏ ਹੁੰਦੇ ਨੇ, ਅਤੇ ਦਾਦ ਜੀ ਇਹ ਸਾਰੇ ਪਈਏ ਸਾਡੇ ਕੋਠੇ 'ਤੇ ਕਿਉਂ ਨਹੀਂ ਡਿੱਗ ਪੈਂਦੇ। ਅਤੇ ਅੱਗੋਂ ਕਹਾਣੀਕਾਰ ਥੋੜ੍ਹਾ ਖਿੱਚ ਕੇ ਬੋਲਿਆ, ਕਹਿੰਦਾ ਇਹ ਤਾਰੇ ਰੁਪਈਏ ਨਹੀਂ ਹੁੰਦੇ,
ਤੇ ਕਾਕਾ ਵਿਚਾਰਾ ਚੁੱਪ ਹੋ ਗਿਆ ਤੇ ਸੌਂ ਗਿਆ। ਦੂਜੇ ਦਿਨ ਕਹਾਣੀਕਾਰ ਨੇ ਆਪਣੇ ਕਿਸੇ ਦੋਸਤ ਦੀਆਂ ਮਿੰਨਤਾਂ ਤਰਲੇ ਕਰਕੇ ਉਸ ਤੋਂ 3 ਰੁਪਏ ਉਧਾਰ ਲਏ ਤੇ ਉਧਾਰ ਲੈ ਕੇ ਘਰ ਆ ਗਿਆ। ਤੇ ਉਹਨੇ ਸੋਚਿਆ ਵੀ ਮੈਂ ਕਾਕੇ ਨੂੰ ਅੱਜ ਕੁਲਫੀ ਜ਼ਰੂਰ ਖਵਾਉਣੀ ਆ। ਪਰ ਜਿਸ ਤਰ੍ਹਾਂ ਹੀ ਕੋਈ ਘਰ ਆਇਆ, ਕਹਾਣੀਕਾਰ ਦੀ ਘਰਵਾਲੀ ਨੇ ਉਸ ਤੋਂ 3 ਰੁਪਏ ਲੈ ਲਏ। ਕਹਾਣੀਕਾਰ ਦੀ ਪਤਨੀ ਨੇ ਕਿਹਾ ਵੀ ਮੈਨੂੰ ਜਿਹੜੀਆਂ ਘਰ ਦੀਆਂ ਜ਼ਰੂਰਤਾਂ ਇਹ ਜਿਸ ਤਰ੍ਹਾਂ ਤੇਲ, ਸੌਦਾ, ਆਟਾ ਵਗੈਰਾ ਇਹ ਮੈਂ ਪੂਰਾ ਕਰਨਾ, ਤੂੰ ਮੈਨੂੰ ਇਹ 3 ਰੁਪਏ ਦੇ ਦੇ। ਤੇ ਕਹਾਣੀਕਾਰ ਨੇ ਕਿਹਾ ਕਿ ਮੈਂ ਤੇ ਕਾਕੇ ਨੂੰ ਕੁਲਫੀ ਖਵਾਉਣੀ ਹੈ। ਤੇ ਕਹਾਣੀਕਾਰ ਦੀ ਪਤਨੀ ਨੇ ਕਿਹਾ ਕਿ ਉਹਨੂੰ ਕਿਹੜਾ ਯਾਦ ਰਹਿਣਾ, ਤੇ ਜੇ ਬਹੁਤੀ ਜਿੱਦ ਕਰੇਗਾ ਤੇ ਮੈਂ ਉਹਨੂੰ ਇੱਕ ਤੱਕਾ ਦੇ ਛੱਡਾਂਗੀ। ਤੇ ਕਾਕਾ ਕੁਝ ਸਮੇਂ ਬਾਅਦ ਉੱਠ ਪਿਆ, ਜਾਗ ਪਿਆ ਤੇ ਕਾਕੇ ਨੇ ਜਾਗਦੇ ਕੁਲਫੀ ਮੰਗੀ। ਕਹਿੰਦਾ ਮੈਂ ਕੁਲਫੀ ਖਾਣੀ ਹੈ, ਕੁਲਫੀ ਖਾਣੀ ਹੈ। ਤੇ ਕਾਕਾ ਮੰਨੇ ਹੀ ਨਾ। ਫਿਰ ਕਹਾਣੀਕਾਰ ਦੀ ਪਤਨੀ ਨੇ ਕਾਕੇ ਨੂੰ ਇੱਕ ਤੱਕਾ ਦਿੱਤਾ ਸੀ ਤੇ ਉਹ ਤੱਕਾ ਕਹਾਣੀਕਾਰ ਨੇ ਕਾਕੇ ਤੋਂ ਲੈ ਲਿਆ ਤੇ ਕਿਹਾ ਵੀ ਕਾਕਾ ਅਸੀਂ ਨਾ ਸ਼ਾਮ ਨੂੰ ਬਾਜ਼ਾਰ ਜਾਵਾਂਗੇ ਤੇ ਕੁਲਫੀ ਖਾਵਾਂਗੇ। ਕਾਕੇ ਨੂੰ ਅੱਜ ਦੂਜੇ ਦਿਨ ਵੀ ਕੁਲਫੀ ਖਾਣ ਦਾ ਲਾਰਾ ਲਾਤਾ ਤੇ ਕਹਾਣੀਕਾਰ ਫਿਰ ਬਾਹਰ ਚੱਲ ਗਿਆ। ਤੇ ਸ਼ਾਮ ਨੂੰ ਜਦੋਂ ਕਹਾਣੀਕਾਰ ਵਾਪਸ ਆਇਆ ਤੇ ਅੱਗੇ ਕਾਕਾ ਜਿਹੜਾ ਸੀ ਉਹ ਸੁੱਤਾ ਪਿਆ ਸੀ। ਕਾਕਾ ਜਾਗਦਾ ਨਹੀਂ ਹੈਗਾ, ਕਾਕਾ ਸੌਂ ਗਿਆ ਸੀ। ਤੇ ਕਹਾਣੀਕਾਰ ਦੇ ਸਾਹ 'ਚ ਸਾਹ ਆਇਆ। ਕੋਠੇ 'ਤੇ ਸੁੱਤੇ ਪਏ ਸੀ ਰਾਤ ਨੂੰ। ਦੇਖੋ ਜਿਹੜਾ ਕਾਕਾ ਸੀ ਉਹਦੇ ਮਨ 'ਤੇ ਕੁਲਫੀ ਖਾਣ ਦੀ ਇੱਛਾ ਭਾਰੂ ਸੀ। ਬੇਸ਼ੱਕ ਉਹ ਸੁੱਤਾ ਪਿਆ ਸੀ ਪਰ ਉਸਦਾ ਅਚੇਤ ਮਨ ਜਾਗ ਰਿਹਾ ਸੀ। ਤੇ ਕਾਕੇ ਨੇ ਸੁਪਨੇ ਦੇ ਵਿੱਚ ਹੀ ਬੁੜਬੁੜਾਉਣਾ ਸ਼ੁਰੂ ਕਰਤਾ, ਕੁਫੀ ਕੁਫੀ ਦਾਜ ਜੀ ਕੁਫੀ। ਤੇ ਕਹਾਣੀਕਾਰ ਦੀ ਪਤਨੀ ਉੱਠ ਪਈ। ਉਹਨੇ ਕਹਾਣੀਕਾਰ ਨੂੰ ਕਿਹਾ ਸਰਦਾਰ ਜੀ ਜਾਗਦੇ ਹੋ? ਤੇ ਕਹਾਣੀਕਾਰ ਜਾਗਦਾ ਪਿਆ ਸੀ। ਤੇ ਕਹਾਣੀਕਾਰ ਦੀ ਪਤਨੀ ਨੇ ਕਾਕੇ ਨੂੰ ਝਿੜਕਿਆ, ਖਸਮਾਂ ਖਾਣਾ, ਸੁੱਤਾ ਪਿਆ ਵੀ ਕੁਲਫੀਆਂ ਮੰਗਦਾ। ਕਾਕਾ ਸੌਂ ਗਿਆ, ਕਹਾਣੀਕਾਰ ਵੀ ਸੌਂ ਗਿਆ। ਅਗਲੇ ਦਿਨ ਕਾਕੇ ਨੇ ਕੁਲਫੀ ਨਹੀਂ ਮੰਗੀ ਤੇ ਦੁਪਹਿਰ ਦੇ ਵੇਲੇ ਕਹਾਣੀਕਾਰ ਫਿਰ ਕੰਮ ਤੋਂ ਆ ਕੇ ਆਰਾਮ ਕਰ ਰਿਹਾ ਸੀ ਤੇ ਕਾਕਾ ਇੱਕ ਬੱਤਖ ਦੇ ਖਿਡੌਣੇ ਨਾਲ ਖੇਡ ਰਿਹਾ ਸੀ। ਬਾਹਰ ਕੁਲਫੀ ਵਾਲੇ ਭਾਈ ਨੇ ਆਵਾਜ਼ ਮਾਰੀ, ਕੁਲਫੀ, ਠੰਡੀ ਠਾਰ ਕੁਲਫੀ। ਉਹ ਆਵਾਜ਼ ਕਾਕੇ ਦੇ ਕੰਨ 'ਚ ਪਈ ਤੇ ਕਾਕਾ ਖਿਡੌਣੇ ਨੂੰ ਛੱਡ ਕੇ, ਖੇਡਣਾ ਛੱਡ ਕੇ ਫਟਾਫਟ ਦੌੜ ਕੇ ਦਰਵਾਜ਼ੇ ਵੱਲ ਚੱਲ ਗਿਆ। ਤੇ ਕਹਾਣੀਕਾਰ ਵੀ ਉੱਠ ਕੇ ਕਾਕੇ ਦੇ ਪਿੱਛੇ ਪਿੱਛੇ ਚੱਲ ਗਿਆ। ਕਾਕਾ ਬੂਹਾ ਖੋਲ੍ਹ ਕੇ ਬਾਹਰ ਜਾ ਕੇ ਕੁਲਫੀ ਵਾਲੇ ਭਾਈ ਦੇ ਲਾਗੇ ਖੜੋ ਗਿਆ। ਕਹਾਣੀਕਾਰ ਦੇ ਮੁਹੱਲੇ 'ਚ ਇੱਕ ਸ਼ਾਹਾਂ ਦਾ ਮੁੰਡਾ ਸੀ ਜਿਹਦਾ ਨਾਂ ਸੀ ਬੁਲੀ। ਉਹ ਹਰ ਰੋਜ਼ ਕੁਲਫੀ ਖਾਂਦਾ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਅੱਜ ਵੀ ਕੁਲਫੀ ਖਾਣ ਆਇਆ। ਕੁਲਫੀ ਵਾਲੇ ਭਾਈ ਨੇ ਪਲੇਟ ਦੇ ਵਿੱਚ ਕੁਲਫੀ ਪਾ ਕੇ ਜਿਵੇਂ ਹੀ ਬੁਲੀ ਨੂੰ ਫੜਾਈ ਤੇ ਕਾਕਾ ਬੁਲੀ ਨੂੰ ਤੁੱਸ ਦੇ ਕੇ ਪੈ ਗਿਆ। ਕਾਕੇ ਨੇ ਇਸ ਅਜਿਹਾ ਧੱਕਾ ਮਾਰਿਆ ਕਿ ਕੁਲਫੀ ਉੱਧਰ ਪਈ, ਪਲੇਟ ਉੱਧਰ ਪਈ ਤੇ ਜਿਹੜਾ ਬੁਲੀ ਸੀ ਉਹ ਨਾਲੀ ਦੇ ਵਿੱਚ ਡਿੱਗ ਪਿਆ। ਬੁਲੀ ਨੂੰ ਗੁੱਸਾ ਆ ਗਿਆ। ਬੁਲੀ ਨੇ ਉੱਠ ਕੇ ਕਾਕੇ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਕਾਕੇ ਨੇ ਇੱਕ ਹੋਰ ਠੁੱਡ ਮਾਰ ਕੇ ਬੁਲੀ ਨੂੰ ਨਾਲੀ ਦੇ ਵਿੱਚ ਹੀ ਸੁੱਟਤਾ ਤੇ ਬੁਲੀ ਰੋਣ ਲੱਗ ਪਿਆ। ਦੇਖੋ ਬੁਲੀ ਕਾਕੇ ਤੋਂ 3 ਸਾਲ ਵੱਡਾ ਸੀ ਤੇ ਨਾਲੇ ਤਕੜਾ ਵੀ ਸੀ। ਉਹ ਮਹੱਲੇ ਦੇ ਨਿਆਣਿਆਂ ਨੂੰ ਕੁੱਟਦਾ ਸੀ ਪਰ ਅੱਜ ਕਾਕੇ ਨੇ ਬੁਲੀ ਨੂੰ ਚੰਗਾ ਕੁੱਟਿਆ। ਤੇ ਜਿਹੜਾ ਕੁਲਫੀ ਵਾਲਾ ਭਾਈ ਸੀ ਉਹਨੇ ਕਾਕੇ ਦੇ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਹਾਣੀਕਾਰ ਨੇ ਫਟਾਫਟ ਕਾਕੇ ਨੂੰ ਚੁੱਕ ਲਿਆ ਤੇ ਅੰਦਰ ਲੈ ਗਿਆ। ਤੇ ਬੁਲੀ ਰੋਂਦਾ ਰੋਂਦਾ ਘਰ ਚਲਾ ਗਿਆ ਤੇ ਸ਼ਾਹਣੀ ਜਿਹੜੀ ਕਦੀ ਕਿਸੇ ਦਾ ਉਲਾਂਭਾ ਨਹੀਂ ਸੁਣਦੀ ਉਹ ਅੱਜ ਉਲਾਂਭਾ ਲੈ ਕੇ ਕਹਾਣੀਕਾਰ ਦੇ ਘਰ ਗਈ ਤੇ ਉਲਾਂਭਾ ਦਿੱਤਾ
ਤੇ ਜਦੋਂ ਕਹਾਣੀਕਾਰ ਦੀ ਪਤਨੀ ਨੂੰ ਅਜੀ ਇਸ ਗੱਲ ਦਾ ਪਤਾ ਲੱਗਾ ਤੇ ਉਹਨੇ ਕਾਕੇ ਨੂੰ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ, ਖਸਮਾਂ ਖਾਣਿਆ ਤੂੰ ਲੱਗਾ ਹੁਣੇ ਲਾਂਬੇ ਲਿਆਉਣ। ਪਰ ਕਹਾਣੀਕਾਰ ਲਾਗੇ ਖੜਾ ਸੀ। ਉਸਨੇ ਆਪਣੀ ਪਤਨੀ ਨੂੰ ਕਾਕੇ ਨੂੰ ਕੁੱਟਣ ਤੋਂ ਰੋਕਤਾ ਤੇ ਕਿਹਾ, ਕੁਝ ਵੰਡ ਛੁਦੈਣੇ, ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਬੱਚਿਓ, ਇਹ ਸੀ ਕਹਾਣੀ ਕੁਲਫੀ। ਕਹਾਣੀਕਾਰ ਨੇ ਇਸ ਕਹਾਣੀ ਦੇ ਰਾਹੀਂ ਸਾਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਅਮੀਰ ਲੋਕ ਹੈ, ਸਰਮਾਏਦਾਰ ਹੈ, ਉਹਨਾਂ ਨੇ ਸਾਡੇ ਹੱਕ ਸਾਨੂੰ ਗਰੀਬਾਂ ਨੂੰ ਮੰਗਿਆ ਨਹੀਂ ਦੇਣੇ, ਤਰਲੇ ਕਰਨ 'ਤੇ ਨਹੀਂ ਦੇਣੇ, ਉਹਨਾਂ ਤੋਂ ਖੋਹਣੇ ਪੈਣੇ ਹੈ ਜ਼ੋਰ ਨਾਲ, ਲੜ ਕੇ, ਹਥਿਆਰਾਂ ਨਾਲ। ਬੱਚਿਓ, ਤੁਸੀਂ ਇਸ ਕਹਾਣੀ ਨੂੰ ਸੁਣਨਾ ਹੈ, ਸਮਝਣਾ ਹੈ ਤੇ ਇਸ ਦਾ ਸਾਰ ਆਪਣੀਆਂ ਕਾਪੀਆਂ 'ਤੇ ਲਿਖਣਾ ਹੈ। ਧੰਨਵਾਦ।